ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। जिन जपिया तिसको बलिहार, तिसके संग तरे संसार। कहो नानक प्रभु लोचा पूर, संत जना की बाछों ठोर। हर के संत जपो हर जपना, हर संत चले हर नाली। जिन हर जपया से हर होए, जिन हर जपया से हर होए। हर मिलिया केल के लाली। जिन हर जपया से हर होए। हम संतन की रेन प्यारी, हम संतन की शरणा। संत हमारी ओट सतानी, संत हमारा गहना। निर्गुण राख लिया संतन का सदका। सतगुर टाक लिया मोहे पापी पड़दा। ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ ਜਪ ਹਰਿ सच जुगाद सच है भी सच, नानक ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ करता पुरख निरभउ निर्वैर अकाल मूरत अजूनी सैभं। गुर प्रसाद जप आद सच जुगाद सच है भी सच, नानक होसी भी सच। ओंकार सतनाम करता पुरख निरभउ निर्वैर अकाल मूरत अजूनी सैभं। गुर प्रसाद जप आदि सच जुगाद सच है भी सच, नानक होसी भी सच। एक ओंकार सतनाम करता पुरख निरभउ निर्वैर अकाल मूरत अजूनी सैभं। गुर प्रसाद जप आद सच जुगाद सच है भी सच, नानक होसी भी सच। ओंकार सतनाम करता पुरख निरभउ निर्वैर अकाल मूरत अजूनी सैभं। गुर प्रसाद जप
ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਦੁੱਖ ਸੁੱਖ ਸੰਸਾਰ ਦੀ ਕਾਰ ਏ। ਮਾੜੇ ਚੰਗੇ ਕਰਮ ਇਹ ਆਉਂਦੇ ਹੀ ਰਹਿੰਦੇ ਨੇ। ਜ਼ਮੀਨ ਦੇ ਵਿੱਚ ਤਹਿਆਂ ਨੇ, ਕਿਤੇ ਰੇਤਾ ਹੈ, ਕਿਤੇ ਮਿੱਟੀ ਹੈ, ਕਿਤੇ ਪਾਂਡੋ ਹੈ, ਕਿਤੇ ਪਾਣੀ। ਜੀਵਨ ਦੀਆਂ ਵੀ ਤਹਿਆਂ ਨੇ। ਪਰ ਗੁਰੂ ਸਾਹਿਬ ਨੇ ਸਮੱਤ ਦਿੱਤੀ ਹੈ, ਪਰਮਾਤਮਾ ਨੂੰ ਸਹਾਈ ਰੱਖ, ਪਰਮੇਸ਼ਰ ਦੀ ਓਟ ਰੱਖ ਹਿਰਦੇ 'ਚ, ਕਦੀ ਵੀ ਨਾ ਡੋਲ। ਉਹਦੇ ਅੱਗੇ ਕੋਈ ਕੰਮ ਵੱਡਾ ਨਹੀਂ। ਉਹ ਇੰਨਾ ਵੱਡਾ ਹੈ ਕਿ ਸਾਰਾ ਕੁਝ ਉਸ ਦੇ ਅਧੀਨ ਹੈ। ਉਹਦੇ ਅੱਗੇ ਕੋਈ ਵੀ ਕੰਮ ਨਹੀਂ ਅੜਦਾ। ਇਸ ਕਰਕੇ ਪਰਮੇਸ਼ਰ ਦੀ, ਪਰਮਾਤਮਾ ਦੀ, ਗੁਰੂ ਦੀ ਓਟ ਰੱਖ। ਜੋ ਸਾਨੂੰ ਸਮੱਤ ਮਿਲੀ ਸਾਧ ਸੰਗਤ 'ਚ, ਮਹਾਂਪੁਰਖਾਂ ਦੀ ਸੰਗਤ ਦੇ ਵਿੱਚੋਂ
ਇੱਕ ਓਟ ਰੱਖ, ਪਰਮੇਸ਼ਰ ਦੀ ਟੇਕ ਰੱਖ। ਦੁੱਖ ਸੁੱਖ ਸਰੀਰਾਂ ਦੇ ਨਾਲ ਨਹੀਂ, ਖੁਸ਼ੀਆਂ ਗਮੀਆਂ ਸਭ ਕੁਝ ਸਰੀਰ ਤੇ ਵਾਪਰਦਾ ਹੈ। ਦੁੱਖ ਸੁੱਖ ਆਉਂਦੇ ਆ, ਮਾੜੇ ਚੰਗੇ ਦਿਨ ਆਉਂਦੇ ਆ, ਸਾਰਿਆਂ ਦੇ ਵਿੱਚੋਂ ਇੱਕੋ ਹੀ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਸਿਮਰ ਸਿਮਰ ਤੇ ਸਦਾ ਸੰਭਾਲੇ, ਉਹਨੂੰ ਸਦਾ ਹੀ ਸੰਭਾਲਦਾ ਰਹੇ, ਸਿਮਰਦਾ ਰਹੇ, ਜਪਦਾ ਰਹੇ। ਸਾਧ ਸੰਗਤ ਦੇ ਵਿੱਚ ਮਾੜੇ ਕਰਮਾਂ ਦਾ ਨਾਸ ਹੁੰਦਾ ਹੈ, ਦੁੱਖਾਂ ਦਾ ਨਾਸ ਹੁੰਦਾ ਹੈ। ਸਾਧ ਸੰਗਤ ਵਿੱਚ ਭਗਤੀ ਦਾ ਪ੍ਰਤਾਪ ਹੈ। ਬੜੇ ਪਿਆਰ ਨਾਲ ਸੰਗਤਾਂ ਕੀਰਤਨ, ਸ਼ਬਦ ਕੀਰਤਨ ਸਰਵਣ ਕਰ ਰਹੀਆਂ ਸੀ। ਬਾਬਾ ਜਿੰਦੂ ਜੀ ਨਾਲ ਗੁਰਮੁਖ ਪਿਆਰੇ ਸਭ ਹਾਜ਼ਰੀਆਂ ਭਰ ਰਹੇ ਸਨ। ਸ਼ਾਮਾਂ ਤੋਂ ਲੱਗੇ ਹੋਏ ਨੇ, ਕੋਈ ਗੁਰਮੁਖ ਤਿਆਰੀਆਂ ਕਰਨ ਵਿੱਚ, ਲੰਗਰਾਂ ਦੀ ਸੇਵਾ ਵਿੱਚ, ਕਥਾ ਕੀਰਤਨ ਵਿੱਚ ਹਾਜ਼ਰੀਆਂ ਭਰਨ ਤੇ ਸ਼ਬਦ ਦੀਆਂ ਹਾਜ਼ਰੀਆਂ। ਐਸੇ ਉਦਮ, ਐਸੇ ਉਪਰਾਲੇ ਗੁਰੂਆਂ ਦੀ ਮਿਹਰ ਤੇ ਕਿਰਪਾ ਦੇ ਨਾਲ ਮਿਲਦੇ ਆ। ਭਲੇ ਪਾਸੇ ਸਮਾਂ ਬੀਤਦਾ ਹੈ। ਦੁੱਖਾਂ ਸੁੱਖਾਂ ਦੇ ਨਾਲ ਬੰਦਾ ਜੁੜਿਆ ਹੋਇਆ, ਦੁੱਖ ਸੁੱਖ ਭੋਗਦਾ ਹੈ। ਜਿਹੜਾ ਆਪਣੇ ਗੁਰੂ ਦੇ ਨਾਲ ਜੁੜਿਆ ਹੋਇਆ ਹੈ, ਉਹ ਗੁਰੂ ਦੀ ਸੰਗਤ ਦਾ ਆਨੰਦ ਮਾਣਦਾ ਹੈ, ਨਾਮ ਬਾਣੀ ਦਾ ਰਸ ਲੈਂਦਾ ਹੈ। ਬਾਬਾ ਜੀ, ਬਾਬਾ ਖੇਮ ਸਿੰਘ ਜੀ ਮਹਾਂਪੁਰਖ, ਬਾਬਾ ਕੁੰਦਨ ਸਿੰਘ ਜੀ ਮਹਾਂਪੁਰਖ, ਕਮਾਈ ਵਾਲੇ ਮਹਾਂਪੁਰਖ ਸੀ। ਵੱਡੇ ਭਾਗ ਨੇ ਜਿਨ੍ਹਾਂ ਨੂੰ ਐਸੇ ਮਹਾਂਪੁਰਖਾਂ ਦਾ ਸੰਗ ਪ੍ਰਾਪਤ ਹੋਇਆ। ਬਾਬਾ ਕੁੰਦਨ ਸਿੰਘ ਜੀ, ਬਾਬਾ ਖੇਮ ਸਿੰਘ ਜੀ ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਕੋਲ ਇਕੱਠੇ ਰਹੇ, ਸੇਵਾ ਕਰਦੇ। ਉਹਨਾਂ ਤੋਂ ਕੁਝ ਸਮਾਂ ਬਾਅਦ ਵੀ ਇਕੱਠੇ ਰਹੇ। ਜਦੋਂ ਬਾਬਾ ਜੀ ਅਖੀਰਲੇ ਸਮੇਂ ਇੱਥੇ ਸਭ ਕੁਝ ਬੰਦ ਕਰ ਦਿੱਤਾ, ਵੀ ਪਾਠੀਆਂ ਨੂੰ ਵੀ ਛੁੱਟੀਆਂ ਦੇ ਦਿਓ, ਸੇਵਾਦਾਰਾਂ ਨੂੰ ਵੀ ਦੇ ਦਿਓ। ਅੰਤਮ ਸਮਾਂ ਸੀ ਬਾਬਾ ਜੀ ਦਾ। ਇਹਨਾਂ ਨੂੰ ਸਿੰਘਾਂ ਵਾਲੇ ਇੱਕ ਟਕਸਾਲ ਚੱਲ ਰਹੀ ਸੀ, ਉਹਦੇ ਵਿੱਚ ਕੀਰਤਨ ਕਥਾ ਸਿੱਖਣ ਵਾਸਤੇ ਭੇਜਿਆ। ਬਾਬਾ ਜੀ ਉਸ ਸਮੇਂ ਵੀ ਇਕੱਠੇ ਰਹੇ, ਪਰ ਜਿਹੜੇ ਅਸਲੀ ਸੰਯੋਗ ਨੇ ਉਹ ਉਦੋਂ ਪ੍ਰਾਪਤ ਹੋਏ ਜਦੋਂ ਨਾਨਕਸਰ ਦੀ ਸੇਵਾ ਮਿਲ ਗਈ ਬਾਬਾ ਕੁੰਦਨ ਸਿੰਘ ਜੀ ਨੂੰ, ਤੇ ਪੁੱਛੋ ਸਾਹਿਬ ਦੀ ਸੇਵਾ ਮਿਲ ਗਈ ਬਾਬਾ ਖੇਮ ਸਿੰਘ ਜੀ ਨੂੰ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜੀ ਨੂੰ 63 ਵਿੱਚ ਸੇਵਾ ਮਿਲੀ। ਬਾਬਾ ਖੇਮ ਸਿੰਘ ਜੀ ਨੂੰ 7 ਸਾਲ ਬਾਅਦ ਵਿੱਚ। ਉਮਰਾਂ 'ਚ ਵੱਡੇ ਸੀ। ਬਾਬਾ ਖੇਮ ਸਿੰਘ ਜੀ ਉਮਰ ਦੇ ਵਿੱਚ ਵੱਡੇ ਸੀ, ਪਰ ਸੇਵਾ ਸੰਭਾਲ ਬਾਅਦ ਵਿੱਚ ਮਿਲੀ।
ਬਾਬਾ ਆਨੰਦ ਸਿੰਘ ਜੀ ਮਹਾਰਾਜ ਤੋਂ ਬਾਅਦ ਬਾਬਾ ਈਸ਼ਰ ਸਿੰਘ ਜੀ ਆਏ, ਜਿਨ੍ਹਾਂ ਦੇ ਬੜੀ ਕਿਰਪਾ ਹੋਈ, ਜਿਨ੍ਹਾਂ ਦੇ ਸੰਯੋਗ ਸੀ ਬਾਬਾ ਈਸ਼ਰ ਸਿੰਘ ਜੀ ਨਾਲ। ਉਹ ਬਿਹੰਗਮੀ ਬਾਬਾ ਈਸ਼ਰ ਸਿੰਘ ਜੀ ਨਾਲ ਨਿਭ ਸਕੇ। ਬਾਕੀ ਫਿਰ ਜਿਵੇਂ ਜਿਵੇਂ ਸੇਵਾ ਸੀ, ਡਿਊਟੀਆਂ ਸੀ, ਧੰਨ ਬਾਬਾ ਆਨੰਦ ਸਿੰਘ ਜੀ ਨੇ ਉੱਥੇ ਉੱਥੇ ਸਭ ਨੂੰ ਭੇਜਿਆ। ਜਦੋਂ ਬਾਬਾ ਜੀ ਨੂੰ ਸੇਵਾ ਮਿਲ ਗਈ ਇੱਥੇ, ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨਾਨਕਸਰ ਵਿੱਚ ਨੇ। ਫਿਰ ਉਸ ਤੋਂ ਬਾਅਦ ਮਹਾਂਪੁਰਖਾਂ ਦੇ ਆਪਸ ਵਿੱਚ ਮੇਲ ਹੋਏ, ਸਾਂਝਾਂ ਪਈਆਂ। ਪੂਰੇ ਹੀ ਪੂਰਿਆਂ ਨੂੰ ਪਰਖਦੇ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੂਰੇ ਹੀ ਪ੍ਰੀਖਿਆ ਕਰ ਸਕਦੇ ਪੂਰੇ ਨੂੰ। ਬਾਬਾ ਜੀ ਵੀ ਪੂਰੇ ਸੀ, ਮਹਾਂਪੁਰਖ ਬਾਬਾ ਖੇਮ ਸਿੰਘ ਜੀ ਵੀ ਪੂਰੇ ਸੀ। ਉਹਨਾਂ ਨੇ ਪਰਖ ਲਿਆ ਕਿ ਅੱਜ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਰੂਪ ਨੇ ਬਾਬਾ ਕੁੰਦਨ ਸਿੰਘ ਜੀ, ਉਹਨਾਂ ਦਾ ਸਰੂਪ ਨੇ। ਉਹਨਾਂ ਦੇ ਸਦਕਾ ਅੱਜ ਆਪਾਂ ਸਾਰੀਆਂ ਸੰਗਤਾਂ ਜੁੜ ਕੇ ਇੱਥੇ ਹਾਜ਼ਰੀਆਂ ਭਰ ਰਹੀਆਂ ਨੇ। ਸਾਰੀਆਂ ਸੰਗਤਾਂ ਇੱਕ ਵਾਰੀ ਸਾਰੇ ਬਾਬਾ ਜੀ ਦਾ ਧਿਆਨ ਧਰੋ। ਧੰਨ ਬਾਬਾ ਕੁੰਦਨ ਸਿੰਘ ਜੀ ਦੀ ਬਰਸੀ ਦੇ ਅੱਜ ਪਾਠ ਪ੍ਰਾਰੰਭ ਹੋਣੇ ਨੇ ਤੇ 1 ਤਰੀਕ ਦੀ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜੀ ਦੀ ਬਰਸੀ ਹੈ। ਮਾਘ ਦੇ ਮਹੀਨੇ ਵਿੱਚ ਹੀ ਦੋਨਾਂ ਮਹਾਂਪੁਰਖਾਂ ਨੇ ਦਰਗਾਹ ਨੂੰ ਗਏ ਆ। ਬਾਬਾ ਖੇਮ ਸਿੰਘ ਜੀ, ਬਾਬਾ ਕੁੰਦਨ ਸਿੰਘ ਜੀ। ਮਾਘ ਦਾ ਮਹੀਨਾ ਸਾਧੂਆਂ ਵੱਲ ਪ੍ਰੇਰਦਾ ਹੈ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਆਓ ਸਾਰੇ ਮੂਲ ਮੰਤਰ ਦਾ ਜਾਪ ਕਰਕੇ ਫਿਰ ਆਪਾਂ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਬਾਬਾ ਜੀ ਦੀ ਬਰਸੀ ਹੈ, ਮਾਘ ਦਾ ਮਹੀਨਾ ਹੈ, ਸਾਧੂਆਂ ਦਾ ਸੰਗ ਹੈ, ਬਰਸੀ ਹੈ ਸਾਧੂਆਂ ਦੀ। ਮਾਘ ਦਾ ਮਹੀਨਾ ਹੈ ਤੇ ਸਾਰੇ ਜਣੇ ਹਾਜ਼ਰੀ ਭਰਾਂਗੇ। ਪਹਿਲਾਂ ਮੂਲ ਮੰਤਰ ਦਾ ਜਾਪ ਕਰੀਏ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਮਾਘ ਭਜਨ 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 ਸੰਗ ਸਾਧੂਆਂ ਧੂੜੀ
ਕਰ ਇਸ਼ਨਾਨ। ਮਾਘ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਮਾਘ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਤੂੜੀ ਕਰ ਇਸ਼ਨਾਨ, ਤੂੜੀ ਕਰ ਇਸ਼ਨਾਨ। ਤੂੜੀ ਕਰ ਇਸ਼ਨਾਨ, ਤੂੜੀ ਕਰ ਇਸ਼ਨਾਨ। ਜੀ ਤੂੜੀ ਕਰ ਇਸ਼ਨਾਨ, ਤੂੜੀ ਕਰ ਇਸ਼ਨਾਨ। ਤੂੜੀ ਕਰ ਇਸ਼ਨਾਨ, ਤੂੜੀ ਕਰ ਇਸ਼ਨਾਨ। ਮਾਘ ਮਜਨ ਸੰਗ ਸਾਧੂਆਂ 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 ਤੂੜੀ ਕਰ ਇਸ਼ਨਾਨ। ਜਨਮ ਕਰਮ ਮਲ ਉਤਰੀ, ਮਨ ਤੇ ਜਾਏ ਗੁਮਾਨ। ਕਰਮ ਦੀ ਮੈਲ, ਜਨਮਾਂ ਦੀ ਮੈਲ ਇਸ ਸੰਗਤ ਦੇ ਵਿੱਚ, ਸਾਧੂਆਂ ਦੀ ਸੰਗਤ ਦੇ ਵਿੱਚ ਉਤਰਦੀ। ਜਨਮਾਂ ਤੇ ਕਰਮਾਂ ਦੀ ਮੈਲ ਉਤਰ ਜਾਂਦੀ। ਮਨ ਤੇ ਜਾਏ ਗੁਮਾਨ। ਜਿਹੜਾ ਮਨ ਤੇ ਹੰਕਾਰ ਚੰਬੜਿਆ ਹੋਇਆ ਹੈ ਉਹ ਜਾਂਦਾ ਹੈ ਤੇ ਅੰਦਰ ਨਿਮਰਤਾ ਆਉਂਦੀ ਹੈ ਮਨੁੱਖ ਦੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੀਆਂ ਬਿਮਾਰੀਆਂ ਦੂਰ ਹੁੰਦੀਆਂ। ਨਹੀਂ ਤਾਂ ਮਨੁੱਖ ਨੂੰ ਚੰਬੜੀਆਂ ਹੀ ਰਹਿੰਦੀਆਂ ਨੇ। ਲੋਭ ਵਰਗੇ ਕੁੱਤੇ ਬਿਨਸੇ ਲੋਭ ਸੁਆਣ। ਇਹ ਸਾਰਾ ਫਾਲੇ ਮਾਘ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਇਹ ਜਿੰਨਾ ਵੀ ਫਲ ਮਿਲਦਾ ਹੈ ਸੰਗਤ ਨੂੰ ਮਾਘ ਦੇ ਮਹੀਨੇ ਵਿੱਚ ਵੱਧ ਤੋਂ ਵੱਧ ਉਪਰਾਲਾ ਕਰੇ। ਸਾਰਾ ਮਹੀਨਾ ਨਾਮ ਜਪੇ। ਦੱਸ ਰਹੇ ਸੀ ਵੀ ਮਾਘ ਦਾ ਮਹੀਨਾ ਸੰਗਤ ਪੂਰਾ ਸੁਖਮਨੀ ਸਾਹਿਬ ਦੇ ਪਾਠ ਰੋਜ਼ਾਨਾ ਹੀ ਹੁੰਦੇ ਨੇ। ਇੱਥੇ ਵੀ ਅੱਜ ਹੋਣਗੇ। ਮਾਘ ਦੇ ਮਹੀਨੇ ਦੇ ਅੰਮ੍ਰਿਤ ਵੇਲੇ ਦੇ ਜਾਪ ਸੁਖਮਨੀ ਸਾਹਿਬ ਦੇ ਜਿੰਨਾ ਵੀ ਵੱਧ ਤੋਂ ਵੱਧ ਆਪਾਂ ਕਰ ਸਕਦੇ ਹਾਂ। ਗੁਰੂ ਸਾਹਿਬ ਕਹਿੰਦੇ ਦਾਨ ਵੀ ਕਰੋ, ਨਾਮ ਵੀ ਜਪੋ, ਹਰੀ ਦਾ ਨਾਮ ਵੀ ਧਿਆਓ, ਪੁੰਨ ਦਾਨ ਵੀ ਕਰੋ ਮਾਘ ਦੇ ਮਹੀਨੇ 'ਚ, ਕਿਉਂਕਿ ਇਸ ਮਹੀਨੇ ਵਿੱਚ ਫਲ ਜ਼ਿਆਦਾ ਹੈ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਏ ਬਿਨਸੇ ਲੋਭ ਸੁਆਣ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਅੱਗੇ ਕੀ ਕਿਹਾ ਹੈ? 860 ਤੀਰਥ ਸਗਲ ਪੁੰਨ। ਜਿੰਨਾ 68 ਤੀਰਥਾਂ ਦਾ ਪੁੰਨ ਬੰਦੇ ਨੂੰ ਮਿਲਦਾ ਨਾ 68 ਤੀਰਥਾਂ ਤੇ ਜਾ ਕੇ, ਇਸ ਮਹੀਨੇ ਵਿੱਚ ਗੁਰੂ ਸਾਹਿਬ ਮਿਹਰ ਕਰ ਰਹੇ ਨੇ ਕਿ ਸਾਰੇ ਦਾ ਸਾਰਾ ਪੁੰਨ ਪ੍ਰਾਪਤ ਹੁੰਦਾ ਹੈ। ਬਾਬਾ ਜੀ ਕਹਿੰਦੇ ਸੀ ਮਾਘੀ ਵਾਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲੇਖੇ ਪਾੜੇ। ਉਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੋਸ ਦੀ ਸਦਮੀ ਦਾ ਦਿਹਾੜਾ ਹੈ। ਉਧਰ ਮਾਘੀ ਦਾ ਮਹੀਨਾ ਹੈ। ਉਧਰ 40 ਮੁਕਤੇ, ਇਹ ਸ਼ਕਤੀਆਂ ਗੁਰੂਆਂ ਦੇ ਨਾਲ ਜਿਹੜੀਆਂ ਦਰਗਾਹ 'ਚ ਆਉਂਦੀਆਂ। ਉਹ ਕਿਹੜੀਆਂ ਸੀ? 4 ਸਾਹਿਬਜ਼ਾਦੇ, 5 ਪਿਆਰੇ, 40 ਮੁਕਤੇ ਤੇ ਸ਼ਹੀਦ ਸਿੰਘ। ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਦਰਗਾਹ ਵਿੱਚੋਂ ਆਈਆਂ ਸੀ। ਜਿੱਥੇ ਜਿੱਥੇ ਲੋੜ ਪਈ
ਬਿਪਤਾ ਦੇ ਵਿੱਚ ਇਹ ਸ਼ਕਤੀਆਂ ਖੜੀਆਂ ਹੋਈਆਂ, ਕਿਧਰੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ, ਕਿਧਰੇ ਬਾਬਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਕਿਧਰੇ ਮਾਤਾ ਗੁਜਰੀ ਜੀ। ਇਹ ਸਾਰੀਆਂ ਸ਼ਕਤੀਆਂ ਜਿਹੜੀਆਂ ਸੀ ਸਮੇਂ ਸਮੇਂ 'ਤੇ ਆਣ ਕੇ ਖੜੀਆਂ ਹੋਈਆਂ, ਜਿਨ੍ਹਾਂ ਨੂੰ ਸਮੇਂ ਸਮੇਂ 'ਤੇ ਲੋੜ ਸੀ। ਕਿਧਰੇ ਆਣ ਕੇ 5 ਪਿਆਰਿਆਂ ਵਿੱਚੋਂ 3 ਪਿਆਰਿਆਂ ਨੇ ਸ਼ਹੀਦੀਆਂ ਪਾਈਆਂ, ਕਿਧਰੇ 40 ਮੁਕਤੇ ਹਾਜ਼ਰ ਹੋਏ। ਮਾਤਾ ਭਾਗੋ ਜੀ ਇਹ ਸਾਰੀਆਂ ਸ਼ਕਤੀਆਂ ਸੀ ਜਿਹੜੀਆਂ ਐਸੇ ਐਸੇ ਸਮੇਂ 'ਤੇ ਆਣ ਕੇ ਸਹਾਈ ਹੋਈਆਂ, ਜਿੱਥੇ ਜਿੱਥੇ ਗੁਰੂ ਸਾਹਿਬ ਨੇ ਇਹ ਸਾਨੂੰ ਭਾਣਾ ਮੰਨਣਾ ਸਿਖਾਉਣਾ ਸੀ। ਇਹ ਪਰਮੇਸ਼ਰ ਦੇ ਭਾਣੇ ਦੇ ਦਰਸ਼ਨ ਕਰਾਏ ਆ ਸਾਰੇ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਭਾਣੇ ਵਿੱਚ ਰਹਿਣ ਦੇ ਕਿ ਐਡੀਆਂ ਮੁਸ਼ਕਲਾਂ 'ਚੋਂ ਤੂੰ ਸਾਬਤ ਕਿਵੇਂ ਨਿਕਲਣਾ ਹੈ। ਤੇਰੀ ਜ਼ਿੰਦਗੀ 'ਤੇ ਔਖੇ ਸਮੇਂ ਆਉਣ, ਮੁਸ਼ਕਲਾਂ ਆਉਣ, ਉਹਨਾਂ 'ਚ ਸਾਬਤ ਕਿਵੇਂ ਨਿਕਲੇਗਾ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਛੋਟੀ ਉਮਰ ਦੇ ਵਿੱਚ ਪਿਤਾ ਜੀ ਸ਼ਹੀਦੀਆਂ ਪਾ ਗਏ, ਛੋਟੀ ਉਮਰ ਦੇ ਵਿੱਚ ਸਾਰੀਆਂ ਜ਼ਿੰਮੇਵਾਰੀਆਂ ਸੰਭਾਲੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੇਰਾ ਇੱਕੋ ਅਕਾਲ ਪੁਰਖ ਸਹਾਈ ਹੈ, ਹੋਰ ਕੋਈ ਨਹੀਂ, ਇੱਕੋ ਹੀ ਉਸ ਦੀ ਓਟ ਹੈ, ਇੱਕੋ ਹੀ ਮੇਰੇ ਨਾਲ ਹੈ। ਪੰਥ ਚਲੇ ਤਬ ਜਗਤ ਮੇਂ ਜਬ ਤੁਮ ਕਰੋ ਸਹਾਈ। ਉਸ ਸਮੇਂ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਵੇਂ ਸਾਰੇ ਦੇ ਸਾਰਾ ਅਨੰਦਪੁਰ ਸਾਹਿਬ ਨੂੰ ਰੌਣਕਾਂ ਲਾਈਆਂ, ਵਸਾਇਆ। ਤੇ ਅਨੰਦਪੁਰ ਦੇ ਵਿੱਚ ਫਿਰ ਪਿਆਰਿਓ ਸ਼ਕਤੀਆਂ ਤੇ ਬਰਕਤਾਂ ਤੇ ਰਿੱਧੀਆਂ ਸਿੱਧੀਆਂ ਦੀਆਂ ਰਹਿਮਤਾਂ ਵਰਸਣ ਲੱਗੀਆਂ, ਬਖਸ਼ਿਸ਼ਾਂ ਦੇ ਮੀਂਹ ਪੈਣ ਲੱਗੇ ਚਾਰੇ ਪਾਸੇ। ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਸਮੇਂ ਆਪਾਂ ਨੂੰ ਆਪਣੇ ਤੇ ਝੱਲ ਕੇ ਦਿਖਾ ਕੇ ਆਖਿਆ ਤੂੰ ਇੱਕ ਪਰਮਾਤਮਾ ਨੂੰ, ਪਰਮੇਸ਼ਰ ਦੀ ਓਟ ਲਈ ਰੱਖ, ਇੱਕ ਨਾਮ ਜਪਦਾ ਰਹੇ, ਇੱਕ ਆਪਣੇ ਨਿਤਨੇਮ ਗੁਰਬਾਣੀ ਦੇ ਨਾਲ ਜੁੜਿਆ ਰਹੇ। ਇਹ ਜਿੰਨੀਆਂ ਵੀ ਮੁਸ਼ਕਲਾਂ ਆਉਣ ਵਾਲੀਆਂ, ਕੋਈ ਮੁਸ਼ਕਲਾਂ ਨਹੀਂ ਗਈਆਂ, ਇਹ ਸਾਰੀਆਂ ਦੇ ਸਾਰੀਆਂ ਨਿਕਲ ਜਾਣਗੀਆਂ ਜੇ ਤੂੰ ਰੱਬ ਸੱਚੇ ਵੱਲ ਜਾਵੇਂ, ਸਤ ਸੰਗਤ ਫੇਰਾ ਪਾਵੇਂ। ਜਿਹੜੀ ਮਜਲਿਸ ਸੁਣੀ ਦੀ ਔਖੀ, ਉਹ ਲੰਘ ਜਾਵੇਗਾ ਸੌਖੀ। ਔਖੇ ਤੋਂ ਔਖੇ ਪੈਂਡੇ ਵੀ ਤੂੰ ਲੰਘ ਜਾਏਗਾ, ਮੁਸ਼ਕਲਾਂ ਅੱਤ ਦੀਆਂ ਲੰਘ ਜਾਏਗਾ, ਪਰ ਇੱਕੋ ਹੀ ਓੜ ਤੇਰੇ ਹਿਰਦੇ ਦੇ ਵਿੱਚ ਹੋਵੇ। ਹਿਰਦੇ ਦੇ ਵਿੱਚ ਤੇਰੇ ਅੰਦਰ ਗੁਰੂ ਦੀ ਓਟ ਹੋਵੇ। ਸ਼ਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕੜੀ ਪ੍ਰਭ ਸੁਆਮੀ। ਪੜਿਓ ਓਟ ਪਕੜੀ ਪ੍ਰਭ ਸੁਆਮੀ, ਇੱਕ ਤੇਰੀ ਓਟ ਪਕੜੀ ਧਰਮ ਨਾਲ। ਓਟ ਪਕੜੀ ਪ੍ਰਭ ਸੁਆਮੀ ਜੀ, ਇੱਕ ਤੇਰੀ ਓਟ ਪਕੜੀ। ਓਟ ਪਕੜੀ ਪ੍ਰਭ ਸੁਆਮੀ, ਇੱਕ ਤੇਰੀ ਓਟ ਪਕੜੀ। ਓਟ ਪਕੜੀ ਪ੍ਰਭ ਸੁਆਮੀ, ਮੈਂ ਇੱਕ ਤੇਰੀ ਓਟ ਪਕੜੀ। ਓਟ ਪਕੜੀ ਪ੍ਰਭ ਸੁਆਮੀ, ਮੈਂ ਇੱਕ ਤੇਰੀ ਓਟ ਪਕੜੀ। ਓਟ ਪਕੜੀ ਪ੍ਰਭ ਸੁਆਮੀ, ਇੱਕ ਤੇਰੀ ਓਟ ਪਕੜੀ। ਓਟ ਪਕੜੀ ਪ੍ਰਭ ਸੁਆਮੀ, ਇੱਕ ਤੇਰੀ ਓਟ ਪਕੜੀ। ਓਟ ਪਕੜੀ ਪ੍ਰਭ ਸੁਆਮੀ, ਮੈਂ ਇੱਕ ਤੇਰੀ ਓਟ ਪਕੜੀ। ਓਟ ਪਕੜੀ ਪ੍ਰਭ ਸੁਆਮੀ, ਮੈਂ ਇੱਕ ਤੇਰੀ ਓਟ ਪਕੜੀ। ਇੱਕ ਤੇਰੀ ਓਟ ਪਕੜੀ, ਇੱਕ ਤੇਰੀ ਓਟ ਪਕੜੀ। ਇੱਕ ਤੇਰੀ ਓਟ ਪਕੜੀ, ਇੱਕ ਤੇਰੀ ਓਟ ਪਕੜੀ। ਹਾਂ ਇੱਕ ਤੇਰੀ ਓਟ ਪਕੜੀ, ਇੱਕ ਤੇਰੀ ਓਟ ਪਕੜੀ। ਇੱਕ ਤੇਰੀ ਓਟ ਪਕੜੀ, ਇੱਕ ਤੇਰੀ
कहाँ जगत गुरा जो कर्म न नासे, सिंह शरण कद जाइए जो जंबक गरासे। गुरु की की शक्ति है, गुरु का की बल है, जे कर्म नाश ना हो, जेड़े कर्म सानू दुख देंदे ने, जेड़े विघन साडे रस्ते दे विच आउंदे अपने राम राम चुरे दर मेलवे अंतर बल अधिकार, बंतर की सेना सेविए मन तन जूझे आपा। एक मुश्किल बन गई रामचंद्र जी दी। अज रामचंद्र जी राजे नहीं, अज रामचंद्र जी बनवासी ने। बन विच कोई फौजा नहीं हैगियां, बन विच हथियार नहीं हैगे, दूजे पासे बड़े बड़े राक्ष दे नाल टक्कर हो गई। वो बड़े राज भाग वाला है, बड़ियां शक्तियां वाला है। इधर रामचंद्र जी महाराज बनवासी ने, इन्हां कोल कोई फौजा नहीं, कोई हथियार नहीं, कोई सेना नहीं, कोई हाथी घोड़े नहीं। उस बन दे विच रामचंद्र जी की सहायता किन्ने कीती? पंछियां ने कीती, बांदरां ने कीती, रिछ जानवरां ने कीती। कहते रामचंद्र जी झूरदे ने भी मेरा दल केड़ा है, आखो सी। उस समय फिर बांदरां दी सेना, जिहड़ी बांदरां दी सेना, वो सारी रामचंद्र जी नाल आण के सेवा विच लगी। वो बांदर भी वो ने जिन्हां दे अंदर लड़ाई दी शक्ति है, समर्था है जूझण दी। अज लोड़ है जंग युद्ध करके सीता माता नूं वापस लियाउण दी। कहंदे रामचंद्र जी झूरदे ने। उस समय फिर किन्ने किन्ने सहायता कीती? हाँ जी, सीता ले गया दशरो लक्ष्मण मुओ सराब। दो साथी ने रामचंद्र जी दे नाल, एक लक्ष्मण एक सीता। राम जी मानो कल्ले ही रह गए, लक्ष्मण शराप नाल मर गया है, सीता रावण ले गया। लक्ष्मण शराप दे नाल मर गया है ते सीता नूं ले गया 10 सिरां वाला रावण। नानक करता करण हो, कर वेखे थाप युथ। और गुरु साहब कहते करता ही करनहार है, बंदा नहीं कोई करनहार, भावें वो किन्ना वड्डा शक्तियां दा मालक है रावण। उन्होंने शक्तियां पा के इन्ना शक्तियां वाला बन के वो भुलिया ही पिया भी कोई है। हनुमान जी अंदर एक बड़ी वड्डी खूबी सी, है दा बांदर है, पर उस बांदरां दे कहंदे देवता उन्होंने मन्निया गया है। हनुमान बांदरां दा देवता है। उनके अंदर एक वड्डी विशेषता आई सी कि हनुमान दे अंदर हर समय रामचंद्र जी का ध्यान रहिंदा सी। हर समय ध्यान विच राम जी रहिंदे सी, हर वक्त ही। कहंदे जदों राज विभीषण नूं दिता ते रामचंद्र जी महाराज रावण नूं मारिया
ਲੰਕਾ ਦਾ ਰਾਜ ਭਾਗ ਵਿਭੀਸ਼ਣ ਨੂੰ ਦਿੱਤਾ। ਉਸ ਸਮੇਂ ਸਾਰੇ ਖਜ਼ਾਨੇ ਵਿੱਚ ਸਭ ਤੋਂ ਕੀਮਤੀ ਮਾਲਾ ਸੀ ਰਤਨਾਂ ਦੀ। ਉਹ ਵਿਭੀਸ਼ਣ ਨੇ ਰਾਮ ਜੀ ਦੇ ਭੇਟਾ ਵਿੱਚ ਕੀਤੀ। ਰਾਮ ਜੀ ਨੇ ਉਹ ਜਿਹੜੀ ਮਾਲਾ ਸੀ ਉਹ ਸੀਤਾ ਜੀ ਨੂੰ ਕਿਹਾ ਕਿ ਹਨੂਮਾਨ ਦੇ ਗਲ 'ਚ ਪਾ ਦਿਓ, ਹਨੂਮਾਨ ਨੂੰ ਦੇ ਦਿਓ। ਕਹਿੰਦੇ ਹਨੂਮਾਨ ਜੀ ਇੱਕੋ ਦਮ ਸਮਾਧੀ ਵਿੱਚ ਜੁੜੇ ਹੋਏ ਸੀ। ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਏ ਰੱਬ ਦੇ ਪਿਆਰਿਆਂ ਦੀ। ਉਹ ਬੈਠਣ ਭਾਵੇਂ ਅੱਖਾਂ ਖੁੱਲ੍ਹੀਆਂ ਹੋਣ, ਭਾਵੇਂ ਵੇਖਦੇ ਹੋਣ, ਭਾਵੇਂ ਕੰਮ ਕਰਦੇ ਹੋਣ, ਮਨ ਵਿੱਚ ਇੱਕੋ ਹੀ ਹੁੰਦਾ ਹੈ। ਮਨ ਦੇ ਅੰਦਰ ਰਾਮਚੰਦਰ ਜੀ ਸੀ, ਪਰ ਜਦੋਂ ਉਹਨਾਂ ਨੂੰ ਮਾਲਾ ਕੀਮਤੀ ਉਹਨਾਂ ਦੇ ਗਲ ਵਿੱਚ ਪਾਈ, ਇੱਕੋ ਦਮ ਤਰਬ ਕੇ ਵੀ ਇੱਧਰ ਖਿਆਲ ਹੋਇਆ ਵੀ ਇਹ ਇੰਨੀ ਵੱਡੀ ਕਿਹੜੀ ਚੀਜ਼ ਹੈ ਜਿਹੜੀ ਰਾਮਚੰਦਰ ਜੀ ਸੀਤਾ ਮਾਤਾ ਜੀ ਮੈਨੂੰ ਬਖਸ਼ਿਸ਼ ਕਰ ਰਹੇ ਨੇ। ਸੀਤਾ ਮਾਤਾ ਜੀ ਬਖਸ਼ਿਸ਼ ਕਰ ਰਹੇ ਨੇ, ਕਿੰਨੀ ਕੁ ਵੱਡੀ ਚੀਜ਼ ਹੈ। ਕਹਿੰਦੇ ਇੱਕੋ ਦਮ ਤਰਬ ਕੇ ਆਪਣੇ ਧਿਆਨ ਤੋਂ ਤੇ ਉਸ ਮਾਲਾ ਨੂੰ ਦੇਖਣ ਲੱਗੇ। ਹਰ ਵਕਤ ਜਿਨ੍ਹਾਂ ਦੇ ਧਿਆਨ ਵਿੱਚ ਰਾਮ ਜੀ ਹੀ ਰਹਿੰਦੇ ਨੇ, ਇਹੀ ਸ਼ਕਤੀ ਸੀ। ਰਾਮ ਜੀ ਉਸ ਸਮੇਂ ਦੇ ਅਵਤਾਰ ਨੇ ਤ੍ਰੇਤੇ ਯੁੱਗ ਦੇ, ਤੇ ਹਨੂਮਾਨ ਜੀ ਦੇ ਅੰਦਰ ਧਿਆਨ ਰਹਿੰਦਾ ਹੈ। ਉਸ ਧਿਆਨ ਦੇ ਸਦਕਾ ਹਨੂਮਾਨ ਵੀ ਸਮਰੱਥ ਨੂੰ ਹਿਰਦੇ 'ਚ ਵਸਾ ਕੇ ਸਮਰੱਥਾ ਵਾਲਾ ਬਣਿਆ ਹੋਇਆ ਹੈ। ਇਸ ਕਰਕੇ ਸਾਨੂੰ ਸਤਿਗੁਰਾਂ ਨੇ ਕਿਹਾ ਹੈ, ਅੰਤਰ ਗੁਰੂ ਅਰਾਧਨਾ ਜੇਵਾ ਜਪ ਗੁਰੂ ਨਾਉ, ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰੂ ਨਾਉ। ਕਹਿੰਦੇ ਨੇ ਉਹ ਜਿਹੜਾ ਮੋਤੀਆਂ ਦੀ ਮਾਲਾ ਸੀ, ਉਹਨੂੰ ਮਣਕੇ ਨੂੰ ਤੋੜ ਕੇ ਵੇਖਿਆ ਵੀ ਇੰਨੀ ਵੱਡੀ ਚੀਜ਼ ਜਿਹੜੀ ਮੈਨੂੰ ਮਾਤਾ ਜੀ ਦੇ ਰਹੇ ਨੇ, ਇਹ ਕਿੰਨੀ ਕੁ ਵੱਡੀ ਹੋਏਗੀ। ਮੈਨੂੰ ਤਾਂ ਸਭ ਤੋਂ ਵੱਡੇ ਰਾਮ ਜੀ ਪ੍ਰਾਪਤ ਹੋਏ ਨੇ, ਇਹ ਕੋਈ ਉਸ ਤੋਂ ਵੀ ਵੱਡੀ ਚੀਜ਼ ਹੈ। ਇਹਦੇ ਅੰਦਰ ਰਾਮ ਜੀ ਵੱਸਦੇ ਆ। ਮਾਲਾ ਦਾ ਮਣਕਾ ਭੰਨਿਆ ਮੋਤੀਆਂ ਦਾ, ਪਰ ਉਹਦੇ ਵਿੱਚ ਕਿੱਥੇ ਸਨ ਰਾਮ ਜੀ। ਦੂਸਰਾ ਭੰਨਿਆ, ਦੂਜੇ 'ਚ ਹੋਣਗੇ, ਤੀਜੇ 'ਚ। ਉਹ ਭੰਨੀ ਜਾ ਰਹੇ ਨੇ ਮੋਤੀਆਂ ਨੂੰ। ਕਹਿੰਦੇ ਕਿਸੇ ਨੇ ਕਿਹਾ ਵੀ ਇੰਨੇ ਕੀਮਤੀ ਮੋਤੀ ਤੂੰ ਇਹਨਾਂ ਨੂੰ ਭੰਨ ਰਿਹਾ। ਕਹਿੰਦੇ ਨੇ ਸੀਤਾ ਮਾਤਾ ਜੀ ਨੂੰ ਵੀ ਪਛਤਾਵਾ ਹੋਇਆ ਕਿ ਇਹ ਮਾਲਾ ਮੈਂ ਇਹਨੂੰ ਕਿਉਂ ਦੇ ਦਿੱਤੀ ਏ, ਇੰਨੀ ਕੀਮਤੀ ਮਾਲਾ। ਇਹਨੇ ਉਹੀ ਕੰਮ ਕੀਤਾ ਬਾਂਦਰਾਂ ਵਾਲਾ, ਇਹਨੂੰ ਤੋੜ ਕੇ ਸਿੱਟਦਾ ਹੈ। ਕਹਿੰਦੇ ਕਿਸੇ ਨੇ ਕਿਹਾ ਵੀ ਇਹ ਕਿਉਂ ਮੋਤੀ ਤੋੜਤੇ? ਕਹਿੰਦੇ ਮੈਂ ਰਾਮ ਜੀ ਨੂੰ ਵੇਖਦਾ ਵਿੱਚ ਮਣਕਿਆਂ 'ਚ, ਮੇਰੇ ਰਾਮ ਜੀ ਹੈਗੇ ਨੇ ਇਸ ਮਣਕਿਆਂ ਦੇ ਵਿੱਚ ਹੈਗੇ ਨੇ। ਕਹਿੰਦੇ ਕਿਸੇ ਨੇ ਅੱਗੋਂ ਕਿਹਾ ਵੀ ਮਣਕਿਆਂ ਵਿੱਚ ਰਾਮ ਜੀ ਨਹੀਂ, ਤੇਰੇ ਇਸ ਮਲ ਮੂਤਰ ਦੇ ਪਿੰਜਰੇ ਵਿੱਚ ਰਾਮ ਹੈ ਕਿਤੇ ਸਰੀਰ 'ਚ? ਕਹਿੰਦੇ ਹਾਂ ਮੇਰੇ ਰਾਮ ਹੈਗਾ, ਮੇਰੇ ਇਸ ਸਰੀਰ ਦੇ ਵਿੱਚ ਰੋਮ ਰੋਮ ਵਿੱਚ ਰਾਮ ਹੈ। ਆਖੋ ਸ੍ਰੀ ਵਾਹਿਗੁਰੂ। ਉਹਨੇ ਕਿਹਾ ਤੂੰ ਮੋਤੀ ਇੰਨੇ ਕੀਮਤੀ ਭੰਨ ਦਿੱਤੇ ਨੇ, ਇੰਨੀ ਰਤਨਾਂ ਦੀ ਮਾਲਾ ਤੋੜ ਦਿੱਤੀ ਏ, ਤੇਰੇ ਸਰੀਰ ਖਲੜੀ ਦੇ ਵਿੱਚ ਰਾਮ ਹੈਗਾ ਏ। ਕਹਿੰਦੇ ਜਦੋਂ ਨੇ ਖਲੜੀ ਖੋਲ ਕੇ ਕਹਿੰਦੇ ਦਿਖਾਈ ਤੇ ਰੋਮ ਰੋਮ ਵਿੱਚੋਂ ਰਾਮ ਦੀ ਆਵਾਜ਼ ਆ ਰਹੀ ਸੀ। ਰੋਮ ਰੋਮ ਵਿੱਚ ਰਾਮ ਦਾ ਵਾਸਾ ਸੀ। ਜਿਹੜੇ ਧਿਆਨ ਕਰਕੇ ਬੈਠਦੇ ਆ ਨਾ, ਗੁਰ ਕੀ ਮੂਰਤ ਮਨ ਮੇ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਕਹਿੰਦੇ ਧਿਆਨ ਤਾਂ 24 ਘੰਟੇ ਕਰ। ਜੇ ਨਹੀਂ ਤੂੰ ਕਰ ਸਕਦਾ ਤੇ ਪੂਰੀ ਇਕਾਗਰਤਾ ਨਾਲ ਸਵੇਰੇ ਸ਼ਾਮ ਜ਼ਰੂਰ ਕਰ ਲਿਆ ਕਰ। ਸਵੇਰੇ ਸ਼ਾਮ 2 ਘੰਟਾ ਸ਼ਾਮ ਨੂੰ ਧਿਆਨ ਦੇ ਨਾਲ ਬੈਠਿਆ ਕਰ ਗੁਰੂ ਸਾਹਿਬ ਦੇ ਕੋਲ। ਅੱਜ ਹਨੂਮਾਨ ਇੱਕ ਬਾਂਦਰ ਸੈਨਾ ਦਾ ਮੁਖੀ ਮੰਨਿਆ ਜਾਂਦਾ ਹੈ, ਪਰ ਉਹ ਇੰਨਾ ਵੱਡਾ ਉਹਨਾਂ ਸਰੂਪ ਧਾਰਿਆ, ਇੰਨੀ ਵੱਡੀ ਸ਼ਕਤੀ ਆਈ। ਉਹ ਕਿੱਥੋਂ ਆਈ? ਉਹ ਆਈ ਰਾਮ ਤੋਂ। ਆਖੋ ਸ੍ਰੀ ਵਾਹਿਗੁਰੂ। ਜਿਨ੍ਹਾਂ ਦਾ ਹਰ ਵਕਤ ਹੀ ਉਹ ਧਿਆਨ ਧਰ ਕੇ ਬੈਠਦਾ ਹੈ, ਹਿਰਦੇ ਅੰਦਰ ਜਾਪ ਕਰਦਾ ਹੈ, ਗੁਰ ਕੀ ਮੂਰਤ ਮਨ ਮੇ ਧਿਆਨ,
गुर का शब्द मंत्र मन मान, गुर के चरण हृदय लय तारो, गुर पार ब्रह्म सदा नमस्कारो। धन गुरु नानक साहब दे चरनां दा ध्यान बाबा जी ने, बाबा नंद सिंह जी ने प्रगट किया है। बाबा नंद सिंह जी दे गुरदेव सन पुच्छो वाले महाराज। बाबा नंद सिंह जी महाराज गुरु नानक साहब दे चरनां दा ध्यान धरते ने कि यही सब कुछ है। बाबा ईशर सिंह जी भी यही हुक्म करते सी। बाबा कुंदन सिंह जी नूं, बाबा खिम सिंह जी नूं ते बाबा मीहा सिंह जी नूं इस ध्यान अंदर दास ने खुद तकिया कि गुरु नानक साहब दा आसन ला के बैठ के नाम जपदे सी, ध्यान धरदे सी। बाबा कुंदन सिंह जी महाराज, बाबा खेम सिंह जी महाराज, बाबा जी कईयां नूं गुरु नानक साहब का सरूप देंदे सी, कईयां नूं वचन देंदे सी कि ध्यान धरो अपने गुरदेव के चरनां दा। धन गुरु नानक साहब का ध्यान धरो, गुर की मूर्त मन में ध्यान, गुर का शब्द मंत्र मन मान। अज इन्नी वड्डी शक्ति वाला हनुमान कित्थों प्रगट हो गया? ये कित्थों प्रगट हो गया? सारा शब्द इसे परथाई है। पढ़ियो, सीता ले गया दैसरो, लक्ष्मण मुए सराप। लक्ष्मण सराप नाल मर गया, सीता नूं ले गया रावण 10 सिरां दा मालक सी, जिन्हें 10 सिर पुण्य कीते सी, ਜਿਹੜਾ एक तो गां 10 सिरां दी समर्था रखदा सी। अगे अगे नानक करता करनहार कहंदे ये गलती सी, भावें वो किड्डी शक्ति वाला सी रावण, पर करता करनहार वो कुछ भी कर सकता है, कुछ बना भी सकता है, कुछ मिटा भी सकता है, थाप भी सकता है, वो थाप भी सकता है। वो करता ही करनहार है। इस करके करते दियां बातां ने। अगे जी, मन में चूरे रामचंद सीता लक्ष्मण जो। सीता ते लक्ष्मण मन दे अंदर झूरदे ने रामचंद्र जी कि इधर तो सीता नूं ले गया है रावण, ते लक्ष्मण जिहड़ा है वो सराप दे नाल मर गया है। पर उस समय फिर की कादी सहायता हुई? अगो जी, हणवंतर आराध्या आया कर संजो। एडी वड्डी मुश्किल ते भी अज एक शक्ति आ गई सामने, जिन्हें अपने रब नूं आराध्या सी, अंदर सिमरिया सी, हिरदे च वसाया सी। वो हनुमान ने उस समय साथ दिता। जदों लक्ष्मण की मूर्छा हुई उदों भी हनुमान, जदों सीता नूं रावण ले गया उदों भी हनुमान। ये दोनों सेरे हनुमंतर दे उपर जाते ने। हाँ जी, अगे भूला दे तू न समझी तिन प्रभ किए का। कहंदे वो दैत भुला कित्थों समझे, जेड़ा भुल ही चुका है। कहंदे किवें भुल गया? उनदियां सेवा दे विच देवते भी लगे हुए ने, वो बड़ियां शक्तियां पा के बैठा है। बड़ी वड्डी लंका सोने दी ये देवते सेवा करदे आ, पर ये सब कुछ ने भुला दिता। है परमात्मा, इन्नी को माया, इन्ने को पदार्थ, इन्ने को वडियाइयां, इन्ने को सुख ना देई कि असी भुल के रावण का रूप धार जाइए। आखो श्री वाहिगुरू। जे देवे ते आप नाल खड़ा होवे। रिद्धियां सिद्धियां धन माल वडियाइयां ना इन्नियां को ਉਹ ਵਡਿਆਈਆਂ ਧਨ ਮਾਲ ਨਾ ਦੇਵੀਂ ਜਿਹੜੀਆਂ ਤੈਨੂੰ ਭੁਲਾ ਦੇਣ। ਉਹ ਇਹ ਧਨ ਮਾਲ ਵਡਿਆਈਆਂ ਆਉਣ ਤੇ ਸੇਵਾ ਵਿੱਚ ਲੱਗਦੀਆਂ ਰਹਿਣ, ਸੰਗਤ ਵਿਰਾਜਦੀ ਰਹੇ, ਕਥਾ ਕੀਰਤਨ ਹੁੰਦੇ ਰਹਿਣ, ਦਸਵੰਧ
सेवा विच लगदे रहन तां ऐसियां वडियाइयां देवीं। ਇਹੋ ਜਿਹੀਆਂ ਮਾਇਆ ਇਹੋ ਜਿਹੇ ਪਦਾਰਥ ਨਾ ਬਖਸ਼ੀ ਕਿ ਅਸੀਂ ਰਾਵਣ ਵਰਗਾ ਭੁੱਲਾ ਦੈਂਤ ਨਾ ਸਮਝੀ। ਅਸੀਂ ਉਸ ਦੈਂਤ ਵਰਗੇ ਬਣ ਜਾਈਏ, ਭੁੱਲੇ ਹੋਏ ਸਮਝੀ ਨਾ ਸਕੀਏ ਜ਼ਿੰਦਗੀ 'ਚ ਕਿਸੇ ਮੋੜ 'ਤੇ। ਇਹ ਅੰਨਾ ਸਭ ਕੁਝ ਅੰਨਾ ਕਰਨ। ਕਹਿੰਦੇ ਕੋਈ ਆਦਮੀ ਸੀ, ਬਹੁਤ ਬੁੱਧ ਵਾਲਾ ਸੀ, ਬੜਾ ਬੁੱਧਵਾਨ ਸੀ। ਕਹਿੰਦੇ ਕਿਸੇ ਰਾਜੇ ਕੋਲ ਚਲਾ ਗਿਆ। ਰਾਜੇ ਨੇ ਵੇਖਿਆ ਵੀ ਇਹ ਬਹੁਤ ਹੀ ਬੁੱਧਵਾਨ ਹੈ, ਬੜਾ ਸਮਝਦਾਰ ਸਿਆਣਾ ਹੈ, ਕਿਉਂ ਨਾ ਇਹਨੂੰ ਮੈਂ ਆਪਣੇ ਰਾਜ ਭਾਗ 'ਚ ਵਜ਼ੀਰ ਬਣਾ ਲਾਂ। ਰਾਜਾ ਉਹਨੂੰ ਕਹਿਣ ਲੱਗਾ ਵੀ ਮੈਂ ਤੈਨੂੰ ਆਪਣੀ ਵਜ਼ੀਰੀ ਵਿੱਚ ਰੱਖਣਾ ਚਾਹੁੰਦਾ, ਤੈਨੂੰ ਆਪਣਾ ਸਲਾਹਕਾਰ ਆਪਣੀ ਵਜ਼ੀਰੀ ਦੇ ਵਿੱਚ ਰੱਖਣਾ ਚਾਹੁੰਦਾ, ਅਤੇ 1 ਹਫ਼ਤੇ ਦਾ ਸਮਾਂ ਹੈ, ਤੂੰ 1 ਹਫ਼ਤੇ ਬਾਅਦ ਆਵੀਂ, ਮੈਂ ਤੈਨੂੰ ਵਜ਼ੀਰ ਰੱਖਣਾ ਹੈ। 1 ਹਫ਼ਤਾ ਜੋ ਜੋ ਕਰਨਾ ਹੀ ਕਰ ਲਿਆ। ਉਹ ਚਲਾ ਗਿਆ। ਕਹਿੰਦੇ ਆਦਮੀ ਬਹੁਤ ਬੁੱਧਵਾਨ ਸੀ, ਬੜਾ ਸਿਆਣਾ ਸੀ, ਬੜੇ ਧੀਰਜ ਵਾਲਾ ਸੀ। ਜਦੋਂ ਗਿਆ ਤੇ ਸਾਰਿਆਂ ਨੂੰ ਕਹਿਣ ਲੱਗਾ ਭਾਈ ਜਿੰਨੇ ਵੀ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ ਉਹ ਕਰ ਲਓ, 1 ਹਫ਼ਤੇ ਤੋਂ ਬਾਅਦ ਮੈਂ ਅੰਨਾ ਬੋੜਾ ਹੋ ਜਾਣਾ। 1 ਹਫ਼ਤੇ ਤੱਕ ਮੈਨੂੰ ਦਿਸਣਾ ਹੈ, 1 ਹਫ਼ਤੇ ਤੱਕ ਮੈਨੂੰ ਸੁਣਨਾ ਹੈ, ਉਸ ਤੋਂ ਬਾਅਦ ਮੈਨੂੰ ਸੁਣੇਗਾ ਨਹੀਂ, ਦਿਸੇਗਾ ਨਹੀਂ। ਜਿੰਨੇ ਮੇਰੇ ਨਾਲ ਕੋਈ ਗੱਲਬਾਤ ਕਰਨੀ 1 ਹਫ਼ਤਾ ਸਮਾਂ ਕਰ ਲਓ। ਕਹਿੰਦੇ ਚੱਲਦਾ ਰਿਹਾ ਪ੍ਰੋਗਰਾਮ ਵੀ ਇਹਨੇ ਅੰਨਾ ਬੋਲਾ, ਇਹਨੂੰ ਕਿਵੇਂ ਪਤਾ ਹੈ। ਹਫ਼ਤੇ ਬਾਅਦ ਉਹ ਵਜ਼ੀਰ ਬਣ ਗਿਆ, ਬੜੇ ਉੱਚੇ ਅਹੁਦੇ 'ਤੇ, ਸਭ ਕੁਝ ਉਹਦੇ ਅਧੀਨ ਆ ਗਿਆ। ਬਾਹਰ ਖੜੇ ਨੇ ਅਤੇ ਉਹ ਮਿਲਦਾ ਨਹੀਂ ਕਿਸੇ ਨੂੰ, ਅਤੇ ਲੋਕ ਗੱਲਾਂ ਕਰਦੇ ਆ ਕਹਿੰਦੇ ਕਿਹੋ ਜਿਹਾ ਅੰਨਾ ਬੋਲਾ ਹੈ, ਸਾਡੀ ਗੱਲ ਹੀ ਨਹੀਂ ਸੁਣਦਾ, ਦਿਸਦੇ ਨਹੀਂ ਅਸੀਂ ਇਹਨੂੰ ਖੜੇ ਹੋਏ, ਜਿਵੇਂ ਅੱਜ ਕੱਲ੍ਹ ਦੇ ਮੋਦੀ ਦਾ ਹਾਲ ਹੈ। ਅੰਧਾ ਤੇ ਬੋਲਾ। ਉਹਨੇ ਪਹਿਲੋਂ ਕਹਿਤਾ ਕਿ ਮੈਨੂੰ ਵਜ਼ਾਰਤ ਮਿਲਣ ਵਾਲੀ, ਮੈਂ ਅੰਨਾ ਬੋਲਾ ਹੋ ਜਾਣਾ ਹੈ, ਅਤੇ ਤੁਸੀਂ ਜਿਹਨੇ ਜਿਹਨੇ ਮਿਲਣਾ ਜੋ ਕੰਮ ਕਰਨਾ ਕਰ ਲਓ, 1 ਹਫ਼ਤੇ ਬਾਅਦ ਮੈਂ ਅੰਨਾ ਬੋਲਾ ਹੋ ਜਾਣਾ ਹੈ। ਗੁਰੂ ਸਾਹਿਬ ਨੇ ਪਹਿਲੋਂ ਕਿਹਾ ਮਾਇਆ ਧਾਰੀ ਅਤ ਅੰਨਾ ਬੋਲਾ, ਨਾ ਇਹਨੂੰ ਦਿਸੇ ਨਾ ਇਹਨੂੰ ਸੁਣੇ। ਰੱਬ ਨੇ ਇਹਨੂੰ ਮਾਇਆ ਜ਼ਰੂਰ ਦਿੱਤੀ ਹੈ, ਪਦਾਰਥ ਜ਼ਰੂਰ ਦਿੱਤੇ ਆ, ਪਰ ਇਹ ਦਿਸਦਾ ਨਹੀਂ, ਇਹਨੂੰ ਸੁਣਦਾ ਨਹੀਂ। ਕਹਿੰਦੇ ਉਹ ਜਦੋਂ ਗੱਲਾਂ ਕਰਨ ਲੋਕੀ, ਉਹਨੇ ਕਿਹਾ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਤਾ ਸੀ ਕਿ ਜਿਹਨੇ ਮੇਰੇ ਨਾਲ ਕੋਈ ਗੱਲਬਾਤ ਕਰਨੀ ਕਰ ਲਓ। ਆਹ ਜਿਹੜੀ ਥਾਂ ਹੈ ਨਾ ਇਹ ਅੰਨਿਆਂ ਬੋਲਿਆਂ ਵਾਲੀ ਹੈ, ਇਹਦੇ ਵਿੱਚ ਕੋਈ ਗੁਰਮੁਖੀ ਪਛਾਣੇਗਾ ਜਿਹੜਾ ਹਿਰਦੇ ਅੰਦਰ ਨਾਮ ਧਿਆਏਗਾ, ਜਿਹਦੇ 'ਚ ਗੁਰੂ ਸਾਹਿਬ ਨੇ ਕਿਹਾ ਭਾਈ ਰਾਜ ਕਰ, ਵਡਿਆਈਆਂ ਭੋਗ, ਜਿੰਨੇ ਮਰਜ਼ੀ ਪਦਾਰਥ ਭੋਗ, ਪਰ ਇੱਕ ਗੱਲ ਰੱਖੀ ਕਿ ਤੇਰੀ ਹਿਰਦੇ ਦੀ ਗਰੀਬੀ ਨਾ ਜਾਵੇ, ਤੇਰੀ ਹਿਰਦੇ ਵਾਲੀ ਨਿਮਰਤਾ ਗਰੀਬੀ ਨਾ ਜਾਵੇ। ਇਹ ਤੂੰ ਜ਼ਰੂਰ ਹਿਰਦੇ 'ਚ ਵਸਾਵੀਂ, ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ। ਭੁੱਲਾ ਦੈਂਤ ਨਾ ਸਮਝੀ। ਕਹਿੰਦੇ ਰੱਬ ਨੇ ਸ਼ਕਤੀਆਂ ਦੇ ਬਾਲੇ ਨੇ ਦਿੱਤੇ ਸੀ, ਭੁੱਲਾ ਹੋਇਆ ਦੈਂਤ ਨਹੀਂ ਸਮਝ ਸਕਦਾ ਸੀ। ਉਸ ਮੌਕੇ ਫਿਰ ਹਨੂਮੰਤਰ ਰਾਧਿਆ ਆਇਆ ਕਰ ਸੰਯੋਗ। ਅੱਗੇ ਜੀ ਜਿਹੜਾ ਭੁੱਲਾ ਦੈਂਤ ਨਹੀਂ ਸਮਝ ਸਕਦਾ ਸੀ ਕਿ ਇਹ ਕੁਝ ਵੀ ਹੋ ਸਕਦਾ ਹੈ, ਕੋਈ ਸੀਤਾ ਨੂੰ ਲਿਜਾ ਸਕਦਾ ਹੈ, ਕੋਈ ਮੇਰੀਆਂ ਸ਼ਕਤੀਆਂ ਨੂੰ ਨਾਸ਼ ਕਰ ਸਕਦਾ ਹੈ, ਕੋਈ ਆਦਮੀ ਮੈਨੂੰ ਮਾਰ ਸਕਦਾ ਹੈ। ਜਿੰਦੇ ਕੋਲ ਅੰਮ੍ਰਿਤ ਹੈ, ਜੀਂਦਿਆਂ ਰਹਿਣ ਵਾਲਾ, ਜਿੰਦੇ ਕੋਲ ਦੇਵਤੇ ਸੇਵਾ ਦੇ ਵਿੱਚ, ਜਿਹੜਾ ਸੋਨੇ ਦੀ ਬਣੀ ਹੋਈ ਲੰਕਾ ਗੜ੍ਹ ਦੇ ਵਿੱਚ, ਐਸੇ ਨੂੰ ਕੌਣ ਮੁਕਾਬਲਾ ਕਰ ਸਕਦਾ ਹੈ। ਕਹਿੰਦੇ ਉਸ ਸਮੇਂ ਫਿਰ ਕਰਨਹਾਰ ਥਾਪ ਉਹ ਥਾਪ ਆਪੇ ਹੀ ਕਰ ਸਕਦਾ। 3 ਪ੍ਰਭ ਕੀਏ ਕਾਮ। ਉਹਨੇ ਕਿਹਾ ਤੂੰ ਇਹਨਾਂ ਸ਼ਕਤੀਆਂ ਦਾ ਮਾਣ ਕਰਦਾ, ਇੱਥੇ ਤਾਂ ਪਸ਼ੂ ਪੰਛੀ ਜਾਨਵਰ ਬਾਂਦਰ ਹੀ ਤੇਰੇ ਅੱਗੇ ਬਹੁਤ ਨੇ। ਆਖੋ ਸ੍ਰੀ ਵਾਹਿਗੁਰੂ। ਇਹੀ ਤੈਨੂੰ ਸਿੱਧੇ ਰਾਹ ਪਾ ਦੇਣਗੇ। ਨਾਨਕ ਵੇ ਪਰਵਾਹ ਸੋ ਕੀਰਤ ਨ ਮਿਟਈ ਰਾ।
ਇਹ ਕਰਮ ਤਾਂ ਉਹਨਾਂ ਨੂੰ ਵੀ ਭੋਗਣਾ ਪਿਆ। ਆਖੋ ਸੀ ਇਹ ਸਮਾਂ ਤਾਂ ਰਾਮਚੰਦਰ ਜੀ ਨੂੰ ਵੀ ਦੇਖਣਾ ਪਿਆ। ਇਹ ਤਾਂ ਉਹਨਾਂ ਨੇ ਵੀ ਸਮਾਂ ਭੁਗਤਾਇਆ ਆਪਣੇ ਤੇ, ਪਰ ਬੜਾ ਫਰਕ ਹੈ, ਬੜਾ ਫਰਕ ਹੈ। ਹੋ ਸਕਦਾ ਕਿਸੇ ਦੇ ਘਰ ਇਸ ਤਰ੍ਹਾਂ ਕਲੇਸ਼ ਪਵੇ, ਇਸ ਤਰ੍ਹਾਂ ਸਭ ਕੁਝ ਹੋਵੇ, ਪਰ ਉਹਨੂੰ ਰੱਬ ਹੀ ਨਾ ਚੇਤੇ ਆਵੇ, ਉਹ ਦੁੱਖਾਂ 'ਚ ਹੀ ਰੋਂਦਾ ਰਹੇ। ਇਹ ਬੜਾ ਫਰਕ ਹੈ। ਇਸ ਸਮੇਂ ਉਹ ਆਪ ਕਰਨਹਾਰ ਨੇ, ਸਮਰੱਥ ਨੇ, ਉਹਨਾਂ ਨੇ ਅਲੱਗ ਹੀ ਜੀਵਨ ਜੀਵਿਆ ਹੈ। ਭਾਵੇਂ ਇੰਨੀਆਂ ਮੁਸ਼ਕਲਾਂ ਆਈਆਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ, ਪਰ ਅਲੱਗ ਹੀ ਜੀਵਨ ਜੀਵਿਆ ਹੈ। ਸਦਾ ਹੀ ਚਾਅ ਤੇ ਆਨੰਦ ਤੇ ਖੁਸ਼ੀ ਦੇ ਵਿੱਚ ਹੀ ਜੁੜੇ ਰਹੇ ਨੇ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ, ਉਹਨੂੰ ਚੰਗਾ ਆਖਿਆ, ਮਾੜਾ ਨਹੀਂ ਆਖਿਆ। ਕਹੇਗਾ ਕੋਈ ਪੁੱਤਰ ਮਰ ਜੇ ਚੰਗਾ ਹੋਇਆ, ਚਾਰੇ ਦੇ ਚਾਰੇ ਮਰ ਜਾਣ ਚੰਗਾ ਹੋਇਆ, ਮਾਤਾ ਪਿਤਾ ਸ਼ਹੀਦੀਆਂ ਪਾ ਜਾਣ ਚੰਗਾ ਹੋਇਆ, ਘਰ ਬਾਰ ਉੱਜੜ ਜਾਵੇ ਚੰਗਾ ਹੋਇਆ। ਇਹ ਤਾਂ ਕਲਗੀਆਂ ਵਾਲਾ ਕਹਿ ਸਕਦਾ ਸੱਥਰ ਚੰਗਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਇਹ ਸਾਨੂੰ ਚੰਗਾ ਹੈ। ਇਹ ਨਾਨਕ ਵੇ ਪ੍ਰਵਾਸੋ ਕੀਰਤਨਾ ਮਿਟੀ ਰਾਮ, ਇਹ ਜਿਹੜਾ ਕਰਮ ਹੈ, ਇਹ ਕਿਰਤ ਹੈ, ਇਹ ਆਉਂਦਾ ਹੈ, ਪਰ ਆਉਂਦਾ ਹੈ ਤੇ ਲੰਘ ਜਾਂਦਾ ਹੈ। ਗੁਰੂ ਦੀ ਸ਼ਰਨ ਵਿੱਚ ਸਿੰਘ ਸਰਨ ਕਰ ਜਾਈਏ, ਜੋ ਜੰਮਕ ਗਿਰਾਸੇ। ਜੇ ਕਰਮਾਂ ਦੀ ਦੁੱਖ ਭੋਗਣ ਫਿਰ ਤੇ ਕਰਮਾਂ ਦਾ ਦਾਤਾ ਜਿਹੜਾ ਵਿਦਾਤਾ ਹੈ, ਉਹਦਾ ਕੀ ਬਲ ਹੈ? ਉਹਦਾ ਇਹੀ ਬਲ ਹੈ। ਕਿੱਥੇ ਰਾਮਚੰਦਰ ਜੀ ਮਹਾਰਾਜ ਬਣਵਾਸੀ ਨੇ, ਕਿੱਥੇ ਅੱਜ ਲੰਕਾ ਤੇ ਫਤਿਹ ਪਾਈ ਬੈਠੇ ਨੇ, ਪਰ ਉਹ ਨਹੀਂ, ਉਹ ਤਾਂ ਆਪਦੀ ਯੁੱਧਿਆ ਛੱਡ ਕੇ ਆਏ ਨੇ। ਉਹਨਾਂ ਨੇ ਲੰਕਾ ਦੇ ਰਾਜ ਤੋਂ ਕੀ ਕਰਨਾ ਹੈ? ਉਹਨਾਂ ਨੇ ਲੰਕਾ ਦਾ ਰਾਜ ਵਿਭੀਸ਼ਣ ਨੂੰ ਦਿੱਤਾ, ਉਸ ਨੂੰ ਇਹ ਬਖਸ਼ਿਸ਼ ਕੀਤੀ ਹੈ, ਉਸ ਦੈਂਤ ਦਾ ਨਾਸ ਕੀਤਾ, ਉਸ ਦੈਂਤ ਨੂੰ ਮਾਰਿਆ ਹੈ। ਰਾਮਚੰਦਰ ਜੀ ਮਹਾਰਾਜ ਤੇ ਕੋਈ ਵਿਪਤਾ ਨਹੀਂ ਆਈ। ਵਿਪਤਾ ਕੋਈ ਨਹੀਂ ਆਈ ਕਿ ਸੀਤਾ ਲੈ ਗਿਆ, ਲక్ష్మణ ਮਰਿਆ, ਇਹ ਕੁਝ ਹੋਇਆ, ਉਹ ਕੁਝ ਹੋਇਆ। ਰਾਮ ਜੀ, ਲక్ష్మణ ਜੀ, ਸੀਤਾ ਜੀ ਘਰੋਂ ਤੁਰੇ ਸੀ, ਘਰੇ ਵਾਪਸ ਗਏ ਨੇ, ਉਹਨਾਂ ਤੇ ਕੋਈ ਨਹੀਂ ਹੋਇਆ। ਉਹ ਕਾਲ ਆਇਆ ਸੀ ਉਸ ਦੈਂਤ ਦਾ। ਆਖੋ ਸੀ ਵਿਪਤਾ ਆਈ ਸੀ ਉਸ ਦੈਂਤ ਦੀ, ਜਿੰਦਾ ਨਾਸ ਹੋਣਾ ਸੀ, ਜਿੱਥੇ ਰਾਖਸ਼ਾਂ ਦੇ ਨਾਸ ਹੋਣੇ ਸੀ। ਵਿਪਤਾ ਤਾਂ ਉਹਨਾਂ ਦੀ ਸੀ, ਦੁੱਖ ਉਹ ਤਾਂ ਉਹਨਾਂ ਦੇ ਸੀ। ਰਾਮ ਜੀ ਤੇ ਕਾਹਦੇ ਦੁੱਖ ਸੀ, ਸੀਤਾ ਜੀ ਦੇ ਕਾਹਦੇ ਦੁੱਖ ਸੀ? ਸੀਤਾ ਤਾਂ ਸਤੀ ਸੀ, ਉਹਦਾ ਸਦ ਕਿਤੇ ਭੰਗ ਹੀ ਨਹੀਂ ਹੋ ਸਕਦਾ, ਭਾਵੇਂ ਕਿਤੇ ਚਲੀ ਜਾਵੇ। ਰਾਮ ਆਪ ਸਮਰੱਥ ਸੀ। ਇਸ ਕਰਕੇ ਭਾਈ ਕਾਲ ਤਾਂ ਉਹਨਾਂ ਲੋਕਾਂ ਦਾ ਆਉਂਦਾ ਹੈ, ਕਾਲ ਇਹਨਾਂ ਦਾ ਨਹੀਂ ਆਉਂਦਾ, ਗੁਰਮੁਖਾਂ ਦਾ, ਭਗਤਾਂ ਦਾ, ਸੰਤਾਂ ਦਾ, ਮਹਾਂਪੁਰਖਾਂ ਦਾ। ਅੱਜ ਦੇ ਸਮੇਂ ਵਿੱਚ ਜੋ ਕਾਲ ਆਇਆ ਹੈ, ਇਹ ਹਿੰਦੁਸਤਾਨ ਦੀ ਸਰਕਾਰ ਦਾ ਆਇਆ, ਕਿਸਾਨਾਂ ਦਾ ਨਹੀਂ ਗਾ। ਇਹ ਕਾਰਨ ਬਣਦੇ ਪਰਮੇਸ਼ਰ ਦੇ ਕੀਤੇ ਹੋਏ, ਕਿਉਂਕਿ ਉਸ ਰਾਜ ਦੇ ਵਿੱਚ ਇੰਨੇ ਕੁ ਪਾਪ ਹੋ ਚੁੱਕੇ ਗੁਪਤ ਢੰਗ ਦੇ ਨਾਲ, ਜਿਹੜਾ ਦੁਨੀਆ ਦਾ ਪੱਠਾ ਹੀ ਪਾ ਦਿੱਤਾ ਉਸ ਰਾਜ ਨੇ। ਇਸ ਕਰਕੇ ਐਸੇ ਪਾਪੀ ਰਾਜ ਦਾ ਕਾਲ ਆਇਆ ਹੈ। ਕਾਲ ਕਾਨੂੰਨਾਂ ਦਾ ਨਹੀਂ, ਕਾਲੇ ਕਾਨੂੰਨਾਂ ਦਾ ਨਹੀਂ, ਕਾਲ ਕਿਸਾਨਾਂ ਦਾ ਨਹੀਂ, ਕਾਲ ਪੰਜਾਬ ਦਾ ਨਹੀਂ, ਕਾਲ ਕੇਂਦਰ ਦਾ ਆਇਆ ਹੈ, ਜਿਹੜੇ ਪਾਪੀ ਰਾਜ ਦਾ, ਜਿਹਨੇ ਦੁਨੀਆ ਦਾ ਨੁਕਸਾਨ ਕੀਤਾ ਹੈ। ਇਸ ਕਰਕੇ ਗੁਰੂ ਸਾਹਿਬ ਇਹ ਸਮਝਾਉਂਦੇ ਨੇ ਕਿ ਭੁੱਲਾ ਦੈਂਤ ਨਾ ਸਮਝੀ। ਭੁੱਲਾ ਕਿੱਥੋਂ ਸਮਝੇਗਾ? ਇਹ ਦੈਂਤ ਕਿੱਥੋਂ ਸਮਝੇਗਾ? ਜੇ ਪਰਮਾਤਮਾ ਇਹ ਕੰਮ, ਇਹੋ ਜਿਹੇ ਕੰਮ ਕਰੇਗਾ ਕਿ ਉਹ ਤਾਂ ਪਸ਼ੂ ਪੰਛੀਆਂ ਤੋਂ ਵੀ ਕਰਵਾ ਸਕਦਾ ਹੈ। ਉਹਨੇ ਤਾਂ ਬਾਂਦਰਾਂ ਤੋਂ ਵੀ ਲੈ ਲਿਆ, ਉਹਨਾਂ ਤਾਂ ਜੰਗਲੀ ਦੇ ਜਾਨਵਰਾਂ ਤੋਂ ਵੀ ਉਹ ਸਭ ਕੁਝ ਕੰਮ ਲੈ ਲਿਆ, ਜਿਹੜੀਆਂ ਉਹਦੀਆਂ ਸੈਨਾ ਨਹੀਂ ਕਰ ਸਕੀਆਂ, ਜਿਹੜੀਆਂ ਉਹਦੀਆਂ ਫੌਜਾਂ ਨਹੀਂ ਕਰ ਸਕੀਆਂ, ਉਹ ਇਹਨਾਂ ਨੇ ਕਰ ਦਿੱਤਾ। ਨਾਨਕ ਕਰਤਾ ਕਰਨਹਾਰ, ਉਹ ਕਰਤਾ ਕਰਨਹਾਰ ਹੈ। ਗੁਰੂ ਸਾਹਿਬ ਕਹਿੰਦੇ ਆਪੇ ਹੀ ਥਾਪ, ਉਹ ਥਾਪ ਕਰਕੇ ਵੇਖਦਾ ਹੈ। ਸਭ ਸ਼ਕਤੀਆਂ ਉਸੇ ਦੀਆਂ ਨੇ। ਮਾਘ ਮਜਨ ਸੰਗ ਸਾਧੂਆਂ ਤੋਹੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਜ਼ਰੂਰ। ਇਹ ਕਰਮ ਜੋ ਗੁਰੂ ਸਾਹਿਬ ਨੇ ਸਾਨੂੰ ਕਰਨ ਵਾਸਤੇ ਕਹੇ ਨੇ, ਇਹ ਆਪਾਂ ਜ਼ਰੂਰ ਕਰਨੇ ਆ।
ਨਿਤਨੇਮ ਬਾਣੀ ਸਿਮਰਨ ਸੇਵਾ ਜ਼ਰੂਰ ਸਮੇਂ ਔਖੇ ਸੌਖੇ ਵਿੰਗੇ ਟੇਢੇ ਹਰ ਇੱਕ ਤਰ੍ਹਾਂ ਦੇ ਆਉਂਦੇ ਆ, ਉਹਦੀ ਰਜਾ ਦੇ ਵਿੱਚ ਆਉਂਦੇ ਆ। ਪਰ ਆਪਾਂ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਸੇਵਾ ਸਿਮਰਨ ਦੇ ਵਿੱਚ ਸਮਾਂ ਬਤੀਤ ਕਰੋ, ਨਾਮ ਦੇ ਭਗਤੀ ਦੇ ਵਿੱਚ ਬਤੀਤ ਕਰੋ, ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਸਾਹਿਬ ਸਹਾਈ ਹੋਣ। ਹੁਣ ਸਮਾਪਤੀ ਹੈ, ਹੁਕਮਨਾਮਾ ਹੋਏਗਾ, ਉਸ ਤੋਂ ਬਾਅਦ ਪਾਠ ਸ਼ੁਰੂ ਹੋਏਗਾ। ਗੁਰੂ ਕਿਹਨਾਂ ਰਹਿਣਾ ਗੁਰੂ हर जस गायो समद जना मिल, हर जस गायो समद जना मिल, हर जस गायो संत जना मिल, हर जस गायो ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ।